सत श्री अकाल, मैं परमिंदर तेजा ते तुसीं वेख रहे हो पंजाब दा सब तो वध भरोसेमंद ते नंबर 1 न्यूज़ चैनल न्यूज़ 18 पंजाब हरियाणा हिमाचल। ते सब तो पहला गल करांगे खेतीबाड़ी बिल्लां दी। खेतीबाड़ी बिल आउण तो बाद शुरू हुई सियासत दी। पंजाब दी सियासत इस नूं लैके भी लगातार गरमाई हुई है। केंद्रीय मंत्रिमंडल दे विचों हरसिमरत कौर बादल दे अस्तीफे दे बाद सवाल उठण लगे ने कि की हुण 9 मास दा रिश्ता खत्म हो जाएगा? की 2022 दे विच पंजाब दीयां चोणां च दोवें पार्टियां ਵੱਖ-ਵੱਖ तौर पर लड़नगियां? इस सवाल नूं हवा इस दे लई मिली है क्योंकि दोवें पार्टियां दे आगूआं ने गठजोड़ नूं लैके विचाले ਜ਼ਬਾਨੀ जंग भी शुरू हो गया ते ਵੱਖ-ਵੱਖ तरह के कई तरह के बयान भी दिते जा रहे हैं। अकाली दल बीजेपी के रिश्ते अंदर चल रही ठंडी जंग हुण खुल के सामने आउण लगी है ਅਤੇ ਉਸ ਦੀ ਵਜ੍ਹਾ ਬਣੇ ਨੇ ਕੇਂਦਰ ਦੇ ਨਵੇਂ ਖੇਤੀ ਬਿੱਲ ਅਤੇ ਇਹਨਾਂ ਬਿੱਲਾਂ ਦੇ ਵਿਰੋਧ ਵਜੋਂ ਹਰਸਿਮਰਤ ਕੌਰ ਬਾਦਲ ਵੱਲੋਂ ਕੇਂਦਰੀ ਵਜ਼ਾਰਤ ਵਿੱਚੋਂ ਦਿੱਤਾ ਅਸਤੀਫਾ। ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ਤੋਂ ਬਾਅਦ ਹੁਣ ਦੋਵੇਂ ਪਾਰਟੀਆਂ ਦੇ ਆਗੂ ਇੱਕ ਦੂਜੇ ਨੂੰ ਚੁਣੌਤੀ ਦੇਣ ਲੱਗੇ ਨੇ। ਇਸ ਨਵੀਂ ਤਲਖੀ ਦੇ ਬਾਅਦ ਅਕਾਲੀ ਦਲ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੁੰਦੜ ਨੇ ਕਿਹਾ ਕਿ ਪੰਜਾਬ ਵਿੱਚ ਅਕਾਲੀ ਦਲ ਨੂੰ ਬੀਜੇਪੀ ਦੀਆਂ ਵੈਸਾਖੀਆਂ ਦੀ ਜ਼ਰੂਰਤ ਨਹੀਂ। ਅਕਾਲੀ ਦਲ ਇਕੱਲੇ ਚੋਣਾਂ ਲੜਨ ਲਈ ਮਜ਼ਬੂਤ ਹੈ। ਭੁੰਦੜ ਦੀ ਚੁਣੌਤੀ ਤੇ ਬੀਜੇਪੀ ਆਗੂ ਮਾਸਟਰ ਮੋਹਨ ਲਾਲ ਨੇ ਪਲਟਵਾਰ ਕਰਦਿਆਂ ਕਿਹਾ ਕਿ ਅਸੀਂ ਤਾਂ ਪਹਿਲਾਂ ਅਕਾਲੀ ਦਲ ਤੋਂ ਵੱਖ ਹੋਣ ਦੇ ਹੱਕ ਵਿੱਚ ਹਾਂ। ਅਸੀਂ ਤਾਂ ਹਮੇਸ਼ਾ ਹੀ ਤਿਆਰ ਹਾਂ, ਇਕੱਲੇ ਲੜੇ ਹਾਂ। ਅਸੀਂ ਸਨ 66 ਤੋਂ ਪਹਿਲਾਂ ਇਕੱਲੇ ਹੀ ਲੜਦੇ ਰਹੇ ਹਾਂ ਸਾਰੀ ਉਮਰ। ਅੱਗੇ ਵੀ ਵਿਚਦੀ ਇਹ ਛੱਡ ਗਏ ਸੀ 67 ਚ ਆ ਕੇ ਪੰਜਾਬੀ ਦੇ ਇਸ਼ੂ ਤੇ, ਅਸੀਂ ਤਾਂ ਉਦੋਂ ਵੀ ਇਕੱਲੇ ਹੀ ਲੜੇ ਸੀ। ਕਦੇ ਪਾਰਟੀ ਕਿਸੇ ਦੀਆਂ ਵਿਸਾਖੀਆਂ ਤੇ ਖੜਦੀ ਹੈ? मैं समझना कि ये एक बड़ी दुर्भाग्यपूर्ण राजनीतिक घटना है, पर कल की होना इसके बारे में कुछ कहा नहीं जा सकता। भारतीय जनता पार्टी यकीनी तौर पे एक सशक्त पार्टी है और 2022 के विधानसभा पंजाब के चुनाव वो अपने बलबूते ते लड़ेगी। इसका पूरा आत्मविश्वास भारतीय जनता पार्टी के कैडर के अंदर है। ਗਠਜੋੜ ਨੂੰ ਲੈ ਕੇ ਦੂਜੀ ਕਤਾਰ ਦੇ ਆਗੂ ਭਾਵੇਂ ਇੱਕ ਦੂਜੇ ਨੂੰ ਚੁਣੌਤੀ ਦੇ ਰਹੇ ਨੇ, ਪਰ ਅਕਾਲੀ ਦਲ ਦੇ ਪ੍ਰਧਾਨ ਨੇ ਗਠਜੋੜ ਤੇ ਫੈਸਲਾ ਲੈਣ ਦੇ ਸਵਾਲ ਨੂੰ ਪਾਰਟੀ ਦੀ ਕੋਰ ਕਮੇਟੀ ਉੱਤੇ ਛੱਡ ਦਿੱਤਾ ਹੈ। मैं इस बारे कुछ नहीं कहना चाहना। जिवें मैं कहा कि असी इस्तीफा दिता है, उसके बाद अगली रणनीति तो पार्टी की कोर कमेटी डिसाइड करो। एनडीए का हिस्सा तो है, अकाली दल एनडीए का हिस्सा है। वही कहना चाहना है कि अगला जो साडा अगला जो साडा स्टैंड है वो असी साडी पार्टी फैसला करूगी। मैं नहीं करता फैसला, सारा कलैक्टिव फैसला होंदा साडी। ਅਕਾਲੀ ਦਲ ਤੇ ਬੀਜੇਪੀ ਵਿਚਾਲੇ ਤਲਖੀ ਕੋਈ ਨਵੀਂ ਗੱਲ ਨਹੀਂ। ਦੋਵੇਂ ਪਾਰਟੀਆਂ ਦੇ ਰਿਸ਼ਤੇ ਅੰਦਰਲੀ ਖਿੱਚੋਤਾਣ ਪੁਰਾਣੀ ਹੈ। ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਬੀਜੇਪੀ ਨੇ ਅਕਾਲੀ ਦਲ ਨੂੰ ਇੱਕ ਵੀ ਸੀਟ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਨਤੀਜੇ ਵਜੋਂ ਦੋਵੇਂ ਪਾਰਟੀਆਂ ਵੱਖ-ਵੱਖ ਚੋਣ ਲੜੀਆਂ। ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਇਸ ਵਾਰ ਬੀਜੇਪੀ ਨੇ ਅਕਾਲੀ ਦਲ ਨੂੰ ਕੋਈ ਸੀਟ ਨਹੀਂ ਦਿੱਤੀ, ਜਦਕਿ ਪਿਛਲੀਆਂ ਚੋਣਾਂ ਵਿੱਚ ਬੀਜੇਪੀ ਨੇ ਅਕਾਲੀ ਦਲ ਲਈ 4 ਸੀਟਾਂ ਛੱਡੀਆਂ ਸਨ। ਦਿੱਲੀ ਵਿੱਚ ਵੀ ਬੀਜੇਪੀ ਹੱਥੋਂ ਅਕਾਲੀ ਦਲ ਨੂੰ ਨਿਰਾਸ਼ ਹੋਣਾ ਪਿਆ, ਪਰ ਤਲਖੀ ਦੇ ਬਾਅਦ ਵੀ ਗੱਠਜੋੜ ਬਰਕਰਾਰ ਰਿਹਾ। 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਵੀ ਬੀਜੇਪੀ ਦੇ ਦੂਜੀ ਕਤਾਰ ਦੇ ਕਈ ਆਗੂਆਂ ਨੇ ਗੱਠਜੋੜ ਤੋੜਨ ਦੀ ਮੰਗ ਚੁੱਕੀ, ਪਰ 1996 ਤੋਂ ਵੱਡੇ ਬਾਦਲ ਵੱਲੋਂ ਬੀਜੇਪੀ ਨਾਲ ਪਾਈ ਸਾਂਝ ਬਰਕਰਾਰ ਰਹੀ। ਉਹ ਆਪਣੇ ਸਿਆਸੀ ਤਜਰਬੇ ਨਾਲ ਹਾਲਾਤਾਂ ਨੂੰ ਕੰਟਰੋਲ ਵਿੱਚ ਰੱਖਦੇ ਰਹੇ। ਹੁਣ ਸੀਨੀਅਰ ਬਾਦਲ ਸਰਗਰਮ ਸਿਆਸਤ ਤੋਂ ਦੂਰ ਨੇ। ਨਵੇਂ ਖੇਤੀ ਬਿੱਲਾਂ ਨੂੰ ਲੈ ਕੇ ਤਲਖੀ ਵੀ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵੱਧ ਗਈ ਹੈ। ਇਸ ਵਾਰ ਦੋਵੇਂ ਪਾਰਟੀਆਂ ਦੇ ਆਗੂ ਗੱਠਜੋੜ ਤੋੜਨ ਲਈ ਚੁਣੌਤੀਆਂ ਵੀ ਦੇ ਰਹੇ ਨੇ। ਅਜਿਹੇ ਵਿੱਚ ਇਹ ਸਵਾਲ ਉੱਠਣੇ ਲਾਜ਼ਮੀ ਨੇ ਕਿ ਹੁਣ ਉਹ ਵਕਤ ਆ ਗਿਆ ਹੈ ਜਦੋਂ 9 ਮਾਸ ਦਾ ਰਿਸ਼ਤਾ ਵੱਖ-ਵੱਖ ਹੋ ਜਾਵੇਗਾ। ਬਿਊਰੋ ਰਿਪੋਰਟ ਨਿਊਜ਼ 18। ਸੋ ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਦੀ ਸਿਆਸਤ ਉਬਾਲੇ ਮਾਰ ਰਹੀ ਹੈ। ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ਦੇ ਨਾਲ ਅਕਾਲੀ ਦਲ ਖੁਦ ਨੂੰ ਕਿਸਾਨਾਂ ਦਾ ਮਸੀਹਾ ਸਾਬਤ ਕਰਨ ਦੇ ਵਿੱਚ ਲੱਗਿਆ ਹੋਇਆ ਹੈ, ਤਾਂ ਵਿਰੋਧੀ ਪਾਰਟੀਆਂ ਅਕਾਲੀ ਦਲ ਨੂੰ ਇਸ ਮੁੱਦੇ ਤੇ ਲਾਹਾ ਲੈਣ ਤੋਂ ਰੋਕਣ ਦੇ ਲਈ ਪੂਰੀ ਤਾਕਤ ਲਗਾ ਰਹੀਆਂ ਨੇ। ਪਹਿਲਾਂ ਜ਼ੁਬਾਨੀ ਵਿਰੋਧ, ਫਿਰ ਲੋਕ ਸਭਾ ਵਿੱਚ ਕੇਂਦਰ ਨੇ ਨਵੇਂ ਖੇਤੀ ਬਿੱਲਾਂ ਖਿਲਾਫ ਵੋਟਿੰਗ ਕਰਕੇ ਵਿਰੋਧ, ਅਤੇ ਫਿਰ ਵਿਰੋਧ ਵਜੋਂ ਹਰਸਿਮਰਤ ਕੌਰ ਬਾਦਲ ਦਾ ਕੇਂਦਰੀ ਮੰਤਰੀ ਮੰਡਲ ਵਿੱਚੋਂ ਅਸਤੀਫਾ।
ਭਾਈਵਾਲ ਬੀਜੇਪੀ ਵੱਲੋਂ ਲਿਆਂਦੇ ਨਵੇਂ ਖੇਤੀ ਬਿੱਲਾਂ ਖਿਲਾਫ ਅਕਾਲੀ ਦਲ ਖੁੱਲ੍ਹੇਆਮ ਵਿਰੋਧ ਵਿੱਚ ਉਤਰ ਆਇਆ ਹੈ। ਹਾਲਾਂਕਿ ਪਹਿਲਾਂ ਅਕਾਲੀ ਦਲ ਕੇਂਦਰ ਦੇ ਇਹਨਾਂ ਨਵੇਂ ਆਰਡੀਨੈਂਸਾਂ ਦਾ ਬਚਾਅ ਕਰਦਾ ਰਿਹਾ ਸੀ, ਪਰ ਲੋਕ ਸਭਾ ਵਿੱਚ ਬਿੱਲ ਪੇਸ਼ ਕੀਤੇ ਜਾਣ ਤੋਂ ਪਹਿਲਾਂ ਅਕਾਲੀ ਦਲ ਇਹਨਾਂ ਨਵੇਂ ਆਰਡੀਨੈਂਸਾਂ ਦੇ ਖਿਲਾਫ ਖੜਾ ਹੋ ਗਿਆ ਹੈ। ਸੁਖਬੀਰ ਸਿੰਘ ਬਾਦਲ ਨੇ ਨਿਊਜ਼ 18 ਤੇ ਕਿਹਾ ਕਿ ਅਕਾਲੀ ਦਲ ਨੇ ਕੇਂਦਰ ਨੂੰ ਕਿਸਾਨਾਂ ਦੇ ਖਦਸ਼ੇ ਦੂਰ ਕਰਨ ਲਈ ਕਿਹਾ ਸੀ, ਪਰ ਜਦੋਂ ਗੱਲ ਨਹੀਂ ਸੁਣੀ ਗਈ ਤਾਂ ਉਹਨਾਂ ਨਾ ਸਿਰਫ ਬਿੱਲ ਖਿਲਾਫ VOTING ਕੀਤੀ ਬਲਕਿ ਹਰਸਿਮਰਤ ਕੌਰ ਬਾਦਲ ਨੇ ਵਿਰੋਧ ਵਜੋਂ ਅਸਤੀਫਾ ਵੀ ਦੇ ਦਿੱਤਾ ਹੈ। ਮੈਂ ਸਦਨ 'ਚ ਕਿਹਾ ਸੀ, ਸਾਰੇ ਦੇਸ਼ ਸਾਹਮਣੇ ਕਿਹਾ ਸੀ ਕਿ ਸਾਨੂੰ ਬਗੈਰ ਪੁੱਛੇ ਆਰਡੀਨੈਂਸ ਲਿਆਂਦੇ ਗਏ। ਅਸੀਂ ਸ਼੍ਰੋਮਣੀ ਅਕਾਲੀ ਦਲ ਇੱਕ ਕਿਸਾਨਾਂ ਦੀ ਜਥੇਬੰਦੀ ਹੈ ਤੇ ਸਾਰੇ ਲੀਡਰ ਨੇ ਪੂਰੀ ਜ਼ਿੰਦਗੀ ਕੁਰਬਾਨੀਆਂ ਹੀ ਕਿਸਾਨੀ ਵਾਸਤੇ ਦਿੱਤੀਆਂ। ਅਗਰ ਜਿਹੜੇ ਦੇਸ਼ ਵਿੱਚ ਜੇ ਕੋਈ ਕਿਸਾਨ ਲੀਡਰ ਦਾ ਨਾਂ ਲਿੱਤਾ ਜਾਂਦਾ ਹੈ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਨਾਂ ਲਿੱਤਾ ਜਾਂਦਾ ਹੈ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸਾਰੀ ਜ਼ਿੰਦਗੀ ਕਿਸਾਨਾਂ ਦੀ ਲੜਾਈ ਲੜੀ ਤੇ 16 ਸਾਲ ਜੇਲ੍ਹਾਂ ਕੱਟੀਆਂ ਕਿਸਾਨੀ ਵਾਸਤੇ, ਉਹਨਾਂ ਦੇ ਹੱਕਾਂ ਵਾਸਤੇ। ਸੋ ਅਸੀਂ ਜਦੋਂ ਅਸੀਂ ਕਿਹਾ ਸੀ ਕਿ ਜੇ ਤੁਸੀਂ ਆਰਡੀਨੈਂਸ ਲੈ ਕੇ ਆਉਣਾ ਸੀ, ਘੱਟ ਤੋਂ ਘੱਟ ਸਾਡੇ ਨਾਲ ਗੱਲ ਕਰ ਲੈਂਦੇ, ਸਾਨੂੰ ਦਿਖਾ ਦਿੰਦੇ। ਹਰਸਿਮਰਤ ਕੌਰ ਬਾਦਲ ਨੇ ਕਿਸਾਨਾਂ ਦੇ ਹੱਕ ਅਸਤੀਫਾ ਦੇਣ ਦੀ ਗੱਲ ਕਹੀ ਹੈ ਤਾਂ ਵਿਰੋਧੀ ਧਿਰਾਂ ਨੇ ਅਸਤੀਫੇ ਨੂੰ ਡਰਾਮਾ ਕਰਾਰ ਦੇਣ ਵਿੱਚ ਜ਼ਰਾ ਜਿੰਨੀ ਵੀ ਦੇਰ ਨਹੀਂ ਲਾਈ। ਖੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ਨੂੰ ਸਿਆਸੀ ਸਟੰਟ ਕਰਾਰ ਦਿੱਤਾ ਹੈ। ਕਾਂਗਰਸ ਨੇ ਅਸਤੀਫੇ ਨੂੰ ਸਿਆਸੀ ਜ਼ਮੀਨ ਬਚਾਉਣ ਦੀ ਨਾਕਾਮ ਕੋਸ਼ਿਸ਼ ਕਰਾਰ ਦਿੱਤਾ ਹੈ। ਔਰ ਮੈਨੂੰ ਸ਼ਰਮ ਹੈ ਕਿ ਕੁਝ ਪੋਲੀਟੀਕਲ ਪਾਰਟੀਆਂ ਇੱਥੇ ਆ ਕੇ ਇਹਨਾਂ ਦੇ ਵਿੱਚ ਇਹਨਾਂ ਦਾ ਸਾਥ ਦਿੰਦੀਆਂ ਨੇ। ਉਹ ਆਪਣੀ ਪਾਰਟੀਆਂ ਜਿਹੜੀ ਆਪਣੇ ਆਪ ਨੂੰ ਕਹਿੰਦੀਆਂ ਨੇ ਕਿ ਅਸੀਂ ਬੜੇ ਕਿਸਾਨੀ ਦੇ ਇੱਥੇ ਰਖਵਾਲੇ ਹੈ। ਅਗਰ ਉਹ ਦਿਨ ਵਿਧਾਨ ਸਭਾ ਦੇ ਵਿੱਚ ਵਿਧਾਨ ਸਭਾ ਤੋਂ ਪਹਿਲਾਂ ਮੈਂ ਸਾਰੇ ਆਲ ਪਾਰਟੀ ਇੱਕ ਮੀਟਿੰਗ ਸੱਦੀ ਸੀ, ਉੱਥੇ ਇਹਨਾਂ ਨੇ ਸਾਥ ਨਹੀਂ ਦਿੱਤਾ। ਸਾਡਾ ਅਕਾਲੀ ਦਲ ਨੇ SAD ਸਾਰਿਆਂ ਨੇ ਦਿੱਤਾ ਸੀ। BJP ਨੇ ਤਾਂ ਕਰਨਾ ਹੀ ਸੀ, ਉਹਨਾਂ ਦਾ ਹੀ ਬਿੱਲ ਹੈ, ਇਹਨਾਂ ਨੇ ਨਹੀਂ ਕੀਤਾ। ਸਾਡਾ ਵਿਧਾਨ ਸਭਾ ਦੇ ਵਿੱਚ ਆਏ ਨਹੀਂ, ਅਪੋਜ਼ ਕੀਤਾ ਸਾਨੂੰ। ਨਵੇਂ ਖੇਤੀ ਬਿੱਲਾਂ ਖਿਲਾਫ ਹੁਣ ਕੇਜਰੀਵਾਲ ਵੀ ਮੈਦਾਨ ਦੇ ਵਿੱਚ ਉਤਰ ਆਏ ਨੇ। ਕੇਜਰੀਵਾਲ ਨੇ ਟਵੀਟ ਕਰਕੇ ਸਾਰੀਆਂ ਗੈਰ BJP ਸਿਆਸੀ ਧਿਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਰਾਜ ਸਭਾ ਵਿੱਚ ਬਿੱਲ ਦੇ ਖਿਲਾਫ VOTING ਕਰਨ। ਕੇਜਰੀਵਾਲ ਨੇ ਕਾਂਗਰਸ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਰਾਜ ਸਭਾ ਵਿੱਚ ਵਾਕਆਊਟ ਦਾ ਡਰਾਮਾ ਨਾ ਕੀਤਾ ਜਾਵੇ। ਕੇਜਰੀਵਾਲ ਵਾਕਆਊਟ ਬਹਾਨੇ ਕਾਂਗਰਸ ਨੂੰ ਘੇਰ ਰਹੇ ਨੇ ਤਾਂ ਆਪ ਦੀ ਪੰਜਾਬ ਇਕਾਈ ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ਨੂੰ ਲੈ ਕੇ ਅਕਾਲੀ ਦਲ ਤੇ ਨਵੇਂ ਸਵਾਲਾਂ ਦੀ ਝੜੀ ਲਗਾ ਰਹੀ ਹੈ। ਉਹ ਪੰਜਾਬ ਦੇ ਕਿਸਾਨਾਂ ਨੂੰ ਸਮਝਾਉਂਦੇ ਰਹੇ ਕਿ ਇਹ ਆਰਡੀਨੈਂਸਿਸ ਬਿੱਲ ਨੇ ਜਿਹੜੇ ਇਹ ਤੁਹਾਡੇ ਬਹੁਤ ਫਾਇਦੇ ਦੇ ਵਿੱਚ ਨੇ, ਤੇ ਜਦੋਂ ਕਿਸਾਨ ਇਹਨਾਂ ਦੇ ਬਹਿਕਾਵੇ ਦੇ ਵਿੱਚ ਨਹੀਂ ਆਏ ਹੈਗੇ ਤੇ ਉਸ ਤੋਂ ਮਗਰੋਂ ਐਂਡ ਮੌਕੇ ਤੇ ਉੱਪਰ ਆਪਦੇ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਬਚਾਉਣ ਦੇ ਲਈ ਇਹਨਾਂ ਨੇ ਯੂਟਰਨ ਜਿਸ ਤਰੀਕੇ ਦੇ ਨਾਲ ਲਿਆ, ਮੈਂ ਸਮਝਦਾ ਕਿ ਹੁਣ ਚੀਚੀ ਦੇ ਉੱਪਰ ਖੂਨ ਲਾ ਕੇ ਸ਼੍ਰੋਮਣੀ ਅਕਾਲੀ ਦਲ ਸ਼ਹੀਦ ਬਣਨ ਨੂੰ ਫਿਰਦਾ ਹੈ। ਪੰਜਾਬ ਦੀ ਸਿਆਸਤ ਵਿਚਾਲੇ ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰਕੇ ਕਿਸਾਨਾਂ ਨੂੰ ਭਰੋਸਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਨਵੇਂ ਬਿੱਲ ਕਿਸਾਨ ਵਿਰੋਧੀ ਨਹੀਂ ਹਨ। PM ਨੇ ਕਿਸਾਨਾਂ ਨੂੰ ਕਿਹਾ ਕਿ MSP ਤੇ ਸਰਕਾਰੀ ਖਰੀਦ ਪ੍ਰਬੰਧ ਲਗਾਤਾਰ ਜਾਰੀ ਰਹੇਗਾ, ਪਰ ਕੁਝ ਸ਼ਕਤੀਆਂ ਕਿਸਾਨਾਂ ਨੂੰ ਭਟਕਾਉਣ ਵਿੱਚ ਲੱਗੀਆਂ ਹੋਈਆਂ ਨੇ। ਪਰ BJP ਵੱਲੋਂ ਦਿੱਤੇ ਭਰੋਸੇ ਤੇ ਕਿਸਾਨਾਂ ਦਾ ਯਕੀਨ ਨਹੀਂ ਬਚ ਰਿਹਾ ਤੇ ਦੇਸ਼ ਦਾ ਅੰਨਦਾਤਾ ਨਵੇਂ ਖੇਤੀ ਬਿੱਲਾਂ ਖਿਲਾਫ ਸੜਕਾਂ ਉੱਤੇ ਲੜਾਈ ਲੜ ਰਿਹਾ ਹੈ। ਬਿਊਰੋ ਰਿਪੋਰਟ ਨਿਊਜ਼ 18। ਸੋ ਖੇਤੀਬਾੜੀ ਬਿੱਲਾਂ ਨੂੰ ਲੈ ਕੇ ਸੂਬੇ ਦੀ ਸਿਆਸਤ ਜ਼ੋਰਾਂ ਤੇ ਹੈ। ਉਧਰ ਆਪ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਕਾਂਗਰਸ ਤੇ ਅਕਾਲੀ ਦਲ ਦੋਵਾਂ ਤੇ ਹੀ ਨਿਸ਼ਾਨੇ ਸਾਧੇ ਨੇ। ਦੋਵਾਂ ਪਾਰਟੀਆਂ ਨੂੰ ਸਵਾਲ ਕੀਤਾ। ਨਾਲ ਹੀ ਉਹਨਾਂ ਨੇ ਇਹ ਵੀ ਸਵਾਲ ਉਠਾਇਆ ਕਿ ਹਰਸਿਮਰਤ ਕੌਰ ਬਾਦਲ ਨੇ ਹੁਣ ਤਾਂ ਅਸਤੀਫਾ ਦੇ ਦਿੱਤਾ, ਪਰ ਜਦੋਂ ਖੇਤੀ ਆਰਡੀਨੈਂਸ ਲਿਆਂਦੇ ਗਏ ਸਨ ਉਦੋਂ ਅਕਾਲੀ ਦਲ ਦੇ ਵੱਲੋਂ ਵਿਰੋਧ ਕਿਉਂ ਨਹੀਂ ਕੀਤਾ ਗਿਆ। ਬਹੁਤ ਬਹੁਤ ਸਵਾਗਤ ਹੈ। ਔਰ ਕਿਵੇਂ ਤੁਸੀਂ ਦੇਖਦੇ ਹੋ, ਪਸੀਨੇ ਨਾਲ ਪੂਰੀ ਤਰੀਕੇ ਨਾਲ ਭਿੱਜੇ ਹੋਏ ਹੋ ਔਰ ਕਿਸਾਨ ਵੀ ਸੜਕਾਂ ਤੇ ਉਤਰਿਆ ਹੋਇਆ ਹੈ। ਤਾਂ ਦੂਜੇ ਪਾਸੇ ਕੇਂਦਰ ਸਰਕਾਰ ਕਹਿ ਰਹੀ ਕਿ ਵਿਰੋਧੀ ਪਾਰਟੀਆਂ ਭਰਮ ਫੈਲਾ ਰਹੀ ਹੈ, ਕਿਸਾਨਾਂ ਨੂੰ ਆਮਦਨ ਦੁੱਗਣੀ ਹੋਏਗੀ, ਕਿਸਾਨਾਂ ਨੂੰ ਲਾਹਾ ਮਿਲੇਗਾ, ਗੁੰਮਰਾਹ ਕੀਤਾ ਜਾ ਰਿਹਾ ਕਿਸਾਨਾਂ ਨੂੰ। ਦੇਖੋ, ਕੱਲ ਦਾ ਦਿਨ ਜਿਹੜਾ ਹੈ 17 ਸਤੰਬਰ ਦਾ, ਉਹ ਕਿਸਾਨੀ ਵਾਸਤੇ, ਖੇਤੀ ਵਾਸਤੇ ਔਰ ਲੱਖਾਂ ਦੀ ਗਿਣਤੀ 'ਚ ਕਿਸਾਨਾਂ ਵਾਸਤੇ ਇੱਕ ਕਾਲੇ ਦਿਵਸ ਦੇ ਤੌਰ ਤੇ ਮਨਾਇਆ ਜਾਇਆ ਕਰੂਗਾ। ਜਦੋਂ ਪ੍ਰਧਾਨ ਮੰਤਰੀ, ਦੇਸ਼ ਦੇ ਪ੍ਰਧਾਨ ਮੰਤਰੀ ਨੇ ਆਪਣੇ ਜਨਮ ਦਿਨ ਵਾਲੇ ਦਿਨ ਖੇਤੀ ਤੇ ਕਿਸਾਨਾਂ ਦੀ ਜ਼ਮੀਨ ਜਿਹੜੀ ਜਿਹਨੂੰ ਮਾਂ ਕਹਿੰਦੇ ਆ, ਉਹਨੂੰ ਪੂੰਜੀਪਤੀਆਂ ਦੇ ਹੱਥ ਵੇਚ ਕੇ ਉਹਨਾਂ ਨੂੰ ਤੋਹਫਾ ਦਿੱਤਾ ਹੈ। ਸਭ ਕੁਝ ਜੋ ਹੈ ਉਹ ਉਹਨਾਂ ਦੇ ਕੰਟਰੋਲ 'ਚ ਆ ਜਾਊਗਾ।
किसान अपनी ज़मीन का मालक होके भी मालक नहीं रहूगा। वो प्राइवेट प्लेयर ਜਿਹੜੇ ਆਉਣਗੇ ਵੱਡੇ ਪਹਿਲਾਂ ਛੋਟੇ ਆੜਤੀਆਂ ਨੂੰ ਖਤਮ ਕਰ ਦੇਣਗੇ। ਉਸ ਤੋਂ ਬਾਅਦ ਜਦੋਂ ਖਤਮ ਹੋ ਗਿਆ ਮੋਨੋਪੋਲੀ ਹੋ ਗਈ, ਉਸ ਤੋਂ ਬਾਅਦ ਉਹ ਆਪਣੀ ਮਨਮਰਜ਼ੀ ਦੇ ਰੇਟ ਲਾਉਣਗੇ ਤੇ ਕਿਸਾਨ ਬਾਹਰ ਖੜਾ ਦੇਖਦਾ ਰਿਹਾ ਕਰੂਗਾ ਕਿ ਕੀ ਹੋ ਰਿਹਾ। ਤੁਸੀਂ ਇਕੱਲੇ ਮੈਂਬਰ ਪਾਰਲੀਮੈਂਟ ਹੋ ਔਰ ਅਕਾਲੀ ਦਲ ਇਹ ਕਹਿ ਰਿਹਾ ਕਿ ਜਦੋਂ VOTING ਦੀ ਟਾਈਮ ਸੀਗੀ ਤੁਸੀਂ ਉੱਥੇ ਸੀਗੇ ਹੀ ਨਹੀਂ। ਤੁਸੀਂ ਵਿਰੋਧ ਜ਼ਰੂਰ ਕਰ ਰਹੇ ਸੀਗੇ ਲੇਕਿਨ VOTING ਟਾਈਮ ਤੁਸੀਂ ਨਜ਼ਰ ਨਹੀਂ ਆਏ, ਹਾਲਾਂਕਿ ਵੌਇਸ VOTING ਹੋਈ ਸੀ। ਮੈਂ ਕਿਸ ਦਿਨ ਦੀ ਗੱਲ ਕਰਦੇ ਹਾਂ? ਪਹਿਲੇ ਦਿਨ ਦੀ ਗੱਲ ਜਿਹੜੀ ਹੈ ਉਹ ਕਿਸਾਨ ਵਿਰੋਧੀ ਜਿਹੜਾ ਖੇਤੀ ਦਾ ਬਿੱਲ ਥੋੜੀ ਸੀ, ਉਹ ਤਾਂ ਅੱਜ ਆਇਆ। ਉਹ ਤਾਂ ਲੱਗ ਗਿਆ ਨਾ ਪਤਾ। ਉਹ ਤਾਂ ਕੱਲ VOTING ਹੋਈ, ਉਹ ਵੀ ਉਸੇ ਤਰ੍ਹਾਂ ਹੋਈ ਹੈ। ਜਿਹੜਾ ਵੌਇਸ VOTING ਉਸ ਦਿਨ ਵੀ ਮੈਂ ਮੌਜੂਦ ਸੀ ਉੱਥੇ। ਜੇ ਮੇਰੇ ਭਾਸ਼ਣ ਤੋਂ 10 ਮਿੰਟ ਬਾਅਦ ਤਾਂ VOTING ਹੋਈ ਆ, ਉਹ ਜਿਹੜਾ ਜ਼ਰੂਰੀ ਵਸਤਾਂ ਦਾ ਭੰਡਾਰੀ ਕਰਨਾ। ਇਹ ਅਕਾਲੀ ਦਲ ਨੂੰ ਝੂਠ ਬੋਲਣ ਦੀ ਇੰਨੀ ਆਦਤ ਪੈ ਗਈ ਕਿ ਉਹਨਾਂ ਨੂੰ ਐਂ ਲੱਗਦਾ ਸੀ ਇੱਥੋਂ ਬਾਹਰ ਨਿਕਲ ਕੇ 50 ਮੀਟਰ ਤੇ ਆ ਕੇ ਕੁਝ ਹੋਰ ਕਹਿ ਦਿੰਦੇ ਨੇ ਕਿ ਅੰਦਰ ਕੀ ਹੋਇਆ। ਹੁਣ ਉਹਨਾਂ ਦੀ ਹਰ ਐਕਟੀਵਿਟੀ ਤੇ ਨਜ਼ਰ ਰੱਖਣ ਵਾਲਾ ਸੰਗਰੂਰ ਦਾ MP ਉੱਥੇ ਹੈਗਾ। ਇਸ ਗਲਤਫਹਿਮੀ 'ਚ ਨਾ ਰਹਿਣ ਕਿ ਉਹ ਲੋਕਾਂ ਨੂੰ ਹੁਣ ਕੋਈ ਝੂਠ ਬੋਲ ਕੇ ਲੋਕਾਂ ਨੂੰ ਉਹ ਗੁੰਮਰਾਹ ਕਰ ਜਾਣਗੇ। ਲੇਕਿਨ ਤੁਹਾਨੂੰ ਨਹੀਂ ਲੱਗਦਾ ਕਿ ਪੰਜਾਬ ਦੀਆਂ ਸਾਰੀ ਸਿਆਸੀ ਪਾਰਟੀਆਂ ਨੂੰ ਇਕਜੁੱਟ ਹੋਣਾ ਚਾਹੀਦਾ ਸੀ? ਕੈਪਟਨ ਅਮਰਿੰਦਰ ਸਿੰਘ ਵੀ ਕਹਿੰਦੇ ਰਹੇ ਕਿ ਸਾਰੀ ਪਾਰਟੀਆਂ ਨਾਲ ਚੱਲਣ, ਸਾਰੀ ਪਾਰਟੀਆਂ ਪ੍ਰਧਾਨ ਮੰਤਰੀ ਕੋਲ ਚੱਲਣ। ਕੈਪਟਨ ਸਾਹਿਬ ਨੇ ਵੀ ਧੋਖਾ ਕੀਤਾ। ਜਿਹੜੀ ਹਾਈ ਪਾਵਰ ਕਮੇਟੀ ਸੀ ਮੁੱਖ ਮੰਤਰੀਆਂ ਦੀ, ਉਹਦੇ ਵਿੱਚ ਮਨਪ੍ਰੀਤ ਬਾਦਲ ਗਿਆ ਇੱਕ ਮੀਟਿੰਗ 'ਚ, ਇੱਕ ਮਿੰਟ 'ਚ ਕੈਪਟਨ ਸਾਹਿਬ ਗਏ ਨੇ। ਉਹਦੇ ਮਿੰਟਸ ਜਾਰੀ ਕਰਤੇ ਇਹਨਾਂ ਨੇ, ਖੇਤੀ ਮੰਤਰੀ ਨੇ। ਕਿਤੇ ਨਹੀਂ ਕਿਹਾ ਵੀ ਇਹ ਬਿੱਲ ਜਿਹੜਾ ਕਿਸਾਨ ਵਿਰੋਧੀਆਂ ਨੂੰ ਅਸੀਂ ਵਿਰੋਧ ਕਰਦੇ ਇਹਨੂੰ ਆਉਣਾ ਨਹੀਂ ਚਾਹੀਦਾ। ਉੱਥੇ ਤਾਂ ਲਿਖ ਕੇ ਦੇ ਹਾਂ ਬਿੱਲ ਅੱਛਾ ਹੈ, ਇਹ ਜਿਹੜੀ ਇਸ ਬਿੱਲ ਨੂੰ ਲਿਆਉਣ ਵਾਸਤੇ ਅਸੀਂ ਹਾਂ ਕਰਦੇ ਹਾਂ, ਤੇ ਬਾਹਰ ਜਾ ਕੇ ਵਿਰੋਧ ਕਰਨ ਲੱਗ ਗਏ। ਤੇ ਕੈਪਟਨ ਸਾਹਿਬ ਹੁਣ ਕਹਿੰਦੇ ਨੇਗੇ ਕਿ ਅਸੀਂ ਤਾਂ ਕਿਸਾਨਾਂ ਦੇ ਨਾਲ। ਮਤਲਬ ਦੋਨੇ ਰਲੇ ਹੋਏ ਨੇ, ਅੰਦਰੋਂ ਕੁਝ ਹੋਰ ਨੇ, ਬਾਹਰੋਂ ਕੁਝ ਹੋਰ ਨੇ। ਲੋਕਾਂ ਨੂੰ ਦਿਖਾਉਣ ਵਾਸਤੇ ਕੁਝ ਹੋਰ ਹੈ, ਇੱਥੇ ਕੁਝ ਹੋਰ ਹੈ। ਸੰਸਦ 'ਚ ਕੁਝ ਹੋਰ ਬੋਲ ਜਾਂਦੇ ਨੇ, ਉੱਥੇ ਜਾ ਕੇ ਕੁਝ ਹੋਰ ਬੋਲ ਜਾਂਦੇ ਨੇ। ਸੋ ਕਾਂਗਰਸ ਵੀ ਉਨੀ ਹੀ ਜ਼ਿੰਮੇਵਾਰ ਹੈ ਕਿਸਾਨ ਵਿਰੋਧੀ ਇਸ ਕਾਲੇ ਕਾਨੂੰਨ ਨੂੰ ਬਣਾਉਣ ਦੇ ਵਿੱਚ ਜਿੰਨੀ BJP ਤੇ ਅਕਾਲੀ ਦਲ ਹੈ। ਮਾਨ ਹੋਰੀ ਇਹ ਕਹਿ ਰਹੇ ਨੇ ਕਿ ਇਸ ਵੇਲੇ ਅਕਾਲੀ ਦਲ ਦੇ ਅਸਤੀਫੇ ਦਾ ਕੋਈ ਫਾਇਦਾ ਨਹੀਂ ਹੋਏਗਾ ਔਰ ਲੋਕ ਸਭਾ ਤੋਂ ਲੈ ਕੇ ਰਾਜ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਇਸ ਦਾ ਵਿਰੋਧ ਕਰ ਰਹੀ ਹੈ। ਸੜਕਾਂ ਤੇ ਵੀ ਵਿਰੋਧ ਕੀਤਾ ਜਾਏਗਾ ਔਰ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਪੰਜਾਬ ਦੇ ਕਿਸਾਨ ਵੀ ਸਿਆਸੀ ਪਾਰਟੀਆਂ ਨੂੰ ਦੱਸਣਗੇ ਔਰ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਵੱਡਾ ਮੁੱਦਾ ਕਿਸਾਨੀ ਦਾ ਬਣਦਾ ਜਾ ਰਿਹਾ ਹੈ। ਕੈਮਰਾਮੈਨ ਰਜਿੰਦਰ ਦੇ ਨਾਲ ਪੰਕਜ ਕਪਾਈ, ਨਿਊਜ਼ 18 ਦਿੱਲੀ। ਨਵੇਂ ਖੇਤੀ ਕਾਨੂੰਨ ਦੇ ਖਿਲਾਫ ਸਾਰੇ ਦੇਸ਼ ਦੇ ਵਿੱਚ ਬਵਾਲ ਮਚਿਆ ਹੋਇਆ ਹੈ। ਪੰਜਾਬ ਦੇ ਵਿੱਚ ਤਾਂ ਕਿਸਾਨਾਂ ਦੇ ਨਾਲ ਹਰ ਸਿਆਸੀ ਪਾਰਟੀ ਖੜੀ ਹੋਈ ਨਜ਼ਰ ਆ ਰਹੀ ਹੈ। ਇੱਥੋਂ ਤੱਕ ਕਿ ਅਕਾਲੀ ਦਲ ਨੇ ਵੀ ਭਾਜਪਾ ਨੂੰ ਅੱਖਾਂ ਵਿਖਾਈਆਂ ਨੇ। ਮੋਦੀ ਸਰਕਾਰ ਜਿਨ੍ਹਾਂ ਬਦਲਾਵਾਂ ਨੂੰ ਕਿਸਾਨਾਂ ਦੇ ਲਈ ਕ੍ਰਾਂਤੀ ਦੱਸ ਰਹੀ ਹੈ, ਉਸ ਦੇ ਹੀ ਖਿਲਾਫ ਪਹਿਲਾਂ ਕਿਸਾਨ ਤੇ ਫਿਰ ਵਿਰੋਧੀ ਤੇ ਹੁਣ ਆਪਣੇ ਹੀ ਖੜੇ ਹੋ ਚੁੱਕੇ ਨੇ। ਬਾਵਜੂਦ ਇਸ ਦੇ ਲੱਗਦਾ ਨਹੀਂ ਕਿ BJP ਖੇਤੀਬਾੜੀ ਕਾਨੂੰਨਾਂ ਤੇ ਕਦਮ ਪਿੱਛੇ ਖਿੱਚਣ ਵਾਲੀ ਹੈ ਤੇ ਗੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤੇਵਰਾਂ ਤੋਂ ਸਾਫ਼ ਹੋ ਗਈ ਹੈ, ਜਦੋਂ ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਸਿਰਫ ਗੁੰਮਰਾਹ ਕੀਤਾ ਜਾ ਰਿਹਾ ਹੈ। ਨਿਸ਼ਾਨਾ ਸਿੱਧੇ ਤੌਰ ਤੇ ਕਾਂਗਰਸ ਤੇ ਸਾਧਿਆ ਗਿਆ। चुनाव के समय किसानों को लुभाने के लिए बड़ी बड़ी बातें करते थे, लिखित में करते थे, अपने घोषणा पत्र में डालते थे और चुनाव के बाद भूल जाते थे। और आज जब वही चीजें जो इतने दशकों तक देश में राज करने वाले लोगों के मैनिफेस्टो में है, वही चीजें भारतीय जनता पार्टी NDA सरकार कर रही है, किसानों को समर्पित हमारी ये सरकार कर रही है, तो ये भांति भांति के भ्रम फैला रहे हैं। ਵਿਰੋਧੀਆਂ ਦਾ ਇਲਜ਼ਾਮ ਹੈ ਕਿ ਨਵੇਂ ਕਾਨੂੰਨਾਂ ਦੇ ਨਾਲ ਖੇਤੀਬਾੜੀ ਵੀ ਵੱਡੇ ਕਾਰੋਬਾਰੀ ਘਰਾਣਿਆਂ ਦੇ ਹੱਥਾਂ ਦੇ ਵਿੱਚ ਚਲੀ ਜਾਵੇਗੀ, ਜਦਕਿ ਸਰਕਾਰ ਦਾ ਦਾਅਵਾ ਹੈ ਕਿ ਨਵੇਂ ਕਾਨੂੰਨਾਂ ਦੇ ਨਾਲ ਕਿਸਾਨਾਂ ਨੂੰ ਸਿੱਧਾ ਫਾਇਦਾ ਹੋਵੇਗਾ। ਤੇ ਵਿਰੋਧ ਕਰਨ ਵਾਲਿਆਂ ਨੂੰ PM ਨੇ ਇਥੋਂ ਤੱਕ ਕਹਿ ਦਿੱਤਾ ਕਿ ਸਭ ਵਿਚੋਲਿਆਂ ਨੂੰ ਫਾਇਦਾ ਪਹੁੰਚਾਉਣ ਦੀ ਕੋਸ਼ਿਸ਼ ਹੋ ਰਹੀ ਹੈ। किसान और ग्राहक के बीच जो बिचौलिए होते हैं, जो किसानों की कमाई का बड़ा हिस्सा खुद ले लेते हैं, उनसे बचाने के लिए विधेयक लाए जाने बहुत आवश्यक थे।
ਕਿਸਾਨਾਂ ਨੂੰ ਸਭ ਤੋਂ ਵੱਡਾ ਡਰ ਇਸ ਗੱਲ ਦਾ ਹੈ ਕਿ ਨਵੇਂ ਕਾਨੂੰਨਾਂ ਦੇ ਬਾਅਦ ਸਰਕਾਰੀ ਖਰੀਦ ਬੰਦ ਹੋ ਜਾਵੇਗੀ, ਪਰ ਪੀਐਮ ਮੋਦੀ ਨੇ ਦੁਹਰਾਇਆ ਕਿ ਅਜਿਹਾ ਕਿਸੇ ਵੀ ਹਾਲਤ ਦੇ ਵਿੱਚ ਨਹੀਂ ਹੋਵੇਗਾ, ਬਲਕਿ ਨਵੇਂ ਕਾਨੂੰਨਾਂ ਦੇ ਨਾਲ ਕਿਸਾਨਾਂ ਨੂੰ ਪੂਰੇ ਦੇਸ਼ ਦੇ ਵਿੱਚ ਆਪਣੀ ਫਸਲ ਵੇਚਣ ਦੀ ਆਜ਼ਾਦੀ ਹੋਵੇਗੀ। इन विधेयकों ने हमारे अन्नदाता किसानों को अनेक बंधनों से मुक्ति दिलाई है। आजादी के बाद किसानों को किसानी में एक नई आजादी देने का काम हुआ है। इन सुधारों से किसानों को अपनी उपज बेचने में और ज्यादा विकल्प मिलेंगे और ज्यादा अवसर मिलेंगे। ਨਵੇਂ ਕਾਨੂੰਨ ਤੇ ਕਈ ਸਵਾਲ ਤੇ ਕਈ ਖਦਸ਼ੇ ਨੇ। ਆਲਮ ਇਹ ਹੈ ਕਿ ਵਿਰੋਧੀ ਤਾਂ ਵਿਰੋਧੀ, ਹੁਣ ਗੱਠਜੋੜ ਦੇ ਸਾਥੀ ਵੀ ਅੱਖਾਂ ਵਿਖਾ ਰਹੇ ਨੇ, ਪਰ ਇਸ ਸਭ ਦੇ ਬਾਵਜੂਦ ਮੋਦੀ ਸਰਕਾਰ ਆਪਣੇ ਰੁਖ ਤੇ ਕਾਇਮ ਹੈ ਤੇ ਹੁਣ ਲੋਕ ਸਭਾ ਦੇ ਬਾਅਦ ਰਾਜ ਸਭਾ ਦੇ ਵਿੱਚ ਵੀ ਤਿੰਨੇ ਬਿੱਲਾਂ ਦੀ ਮਜ਼ਬੂਤ ਪੈਰਵੀ ਦੀ ਤਿਆਰੀ ਹੈ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਸੋ ਖੇਤੀਬਾੜੀ ਬਿੱਲਾਂ ਨੂੰ ਲੈ ਕੇ ਕੇਂਦਰ ਸਰਕਾਰ ਆਪਣਾ ਤਰਕ ਦੇ ਰਹੀ ਹੈ, ਸਿਆਸਤ ਵੀ ਖੂਬ ਇਸ ਮੁੱਦੇ ਤੇ ਹੋ ਰਹੀ ਹੈ, ਪਰ ਦੂਜੇ ਪਾਸੇ ਕਿਸਾਨ, ਦੇਸ਼ ਦਾ ਅੰਨਦਾਤਾ ਹੋਣ ਵਾਲਾ ਕਿਸਾਨ ਇਹਨਾਂ ਖੇਤੀਬਾੜੀ ਬਿੱਲਾਂ ਦੇ ਵਿਰੋਧ ਦੇ ਵਿੱਚ, ਇਹਨਾਂ ਬਿੱਲਾਂ ਦੇ ਖਿਲਾਫ ਮੌਤ ਨੂੰ ਗਲੇ ਲਗਾ ਰਿਹਾ ਹੈ। ਧਰਨੇ ਦੌਰਾਨ ਜ਼ਹਿਰ ਨਿਗਲਣ ਵਾਲੇ ਕਿਸਾਨ ਦੀ ਲੰਬੀ ਦੇ ਵਿੱਚ ਮੌਤ ਹੋ ਗਈ। ਕਿਸਾਨ ਨੇ ਹਸਪਤਾਲ ਦੇ ਵਿੱਚ ਦਮ ਤੋੜ ਦਿੱਤਾ। ਲੰਬੀ ਦੇ ਪਿੰਡ ਬਾਦਲ ਦੇ ਵਿੱਚ ਦਰਅਸਲ ਇੱਕ ਕਿਸਾਨ ਧਰਨੇ ਤੇ ਬੈਠਾ ਹੋਇਆ ਸੀ। ਖੇਤੀਬਾੜੀ ਬਿੱਲਾਂ ਦੇ ਖਿਲਾਫ ਇਸ ਦੇ ਵੱਲੋਂ ਧਰਨਾ ਦਿੱਤਾ ਜਾ ਰਿਹਾ ਸੀ, ਵਿਰੋਧ ਕੀਤਾ ਜਾ ਰਿਹਾ ਸੀਗਾ ਤੇ ਇਸ ਕਿਸਾਨ ਦਾ ਸ਼ਨੀਵਾਰ ਨੂੰ ਮਾਨਸਾ ਦੇ ਜੱਦੀ ਪਿੰਡ ਦੇ ਵਿੱਚ ਅੰਤਮ ਸੰਸਕਾਰ ਕੀਤਾ ਜਾਵੇਗਾ। ਮਾਨਸਾ ਦੇ ਪਿੰਡ ਅੱਕਾਵਾਲੀ ਦਾ ਇਹ ਕਿਸਾਨ ਰਹਿਣ ਵਾਲਾ ਸੀ। 55 ਸਾਲਾ ਪ੍ਰੀਤਮ ਸਿੰਘ ਕਈ ਦਿਨਾਂ ਤੋਂ ਧਰਨੇ ਤੇ ਬੈਠਾ ਹੋਇਆ ਸੀਗਾ ਤੇ ਜਦੋਂ ਖੇਤੀਬਾੜੀ ਬਿੱਲ ਜਿਹੜੇ ਪਾਸ ਹੋਏ, 3 ਬਿੱਲ ਪਾਸ ਹੋਏ, ਜਿਸ ਦੇ ਵਿਰੋਧ ਦੇ ਵਿੱਚ ਇਸ ਕਿਸਾਨ ਨੇ ਮੌਤ ਨੂੰ ਗਲੇ ਲਗਾ ਲਿਆ। ਹੁਣ ਗੱਲ ਕਰਾਂਗੇ ਕੋਰੋਨਾ ਦੀ। ਪੰਜਾਬ ਦੇ ਵਿੱਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। 24 ਘੰਟਿਆਂ ਦੇ ਵਿੱਚ 62 ਮਰੀਜ਼ਾਂ ਨੇ ਦਮ ਤੋੜਿਆ ਹੈ। ਲੁਧਿਆਣਾ ਦੇ ਵਿੱਚ ਸਭ ਤੋਂ ਵੱਧ ਜਿਹੜਾ ਕਹਿਰ ਹੈ ਕੋਰੋਨਾ ਦਾ ਵੇਖਣ ਨੂੰ ਮਿਲ ਰਿਹਾ। ਲਗਾਤਾਰ ਲੁਧਿਆਣਾ ਹੌਟਸਪੌਟ ਬਣਿਆ ਹੋਇਆ। 12 ਲੋਕਾਂ ਨੇ 24 ਘੰਟਿਆਂ ਦੇ ਵਿੱਚ ਲੁਧਿਆਣਾ 'ਚ ਦਮ ਤੋੜਿਆ। ਜਲੰਧਰ ਦੇ ਵਿੱਚ ਕੋਰੋਨਾ ਕਾਰਨ 10 ਲੋਕਾਂ ਦੀ ਮੌਤ ਹੋਈ ਹੈ। ਹੁਸ਼ਿਆਰਪੁਰ ਦੇ ਵਿੱਚ 7, ਜਦਕਿ ਮੁਹਾਲੀ ਦੇ ਵਿੱਚ 6 ਮੌਤਾਂ ਹੋਈਆਂ ਨੇ। ਪਟਿਆਲਾ ਦੇ ਵਿੱਚ 5 ਲੋਕਾਂ ਦੀ ਕੋਰੋਨਾ ਕਾਰਨ ਜਾਨ ਗਈ ਹੈ। ਅੰਮ੍ਰਿਤਸਰ, ਬਰਨਾਲਾ, ਗੁਰਦਾਸਪੁਰ ਦੇ ਵਿੱਚ 2-2 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋਈ ਹੈ। ਕਪੂਰਥਲਾ, ਮੁਕਤਸਰ, ਨਵਾਂਸ਼ਹਿਰ ਦੇ ਵਿੱਚ 2-2 ਮੌਤਾਂ ਹੋਈਆਂ ਨੇ। ਸੰਗਰੂਰ ਦੇ ਵਿੱਚ 2, ਤਰਨਤਾਰਨ ਦੇ ਵਿੱਚ 2 ਮਰੀਜ਼ਾਂ ਦੀ ਕੋਰੋਨਾ ਕਾਰਨ ਮੌਤ ਹੋਈ ਹੈ। ਬਠਿੰਡਾ, ਫਿਰੋਜ਼ਪੁਰ ਤੇ ਫਤਿਹਗੜ੍ਹ ਸਾਹਿਬ ਦੇ ਵਿੱਚ 1-1 ਮਰੀਜ਼ ਨੇ ਕੋਰੋਨਾ ਕਾਰਨ ਦਮ ਤੋੜਿਆ। ਮੋਗਾ, ਪਠਾਨਕੋਟ ਤੇ ਰੋਪੜ ਦੇ ਵਿੱਚ ਵੀ 1-1 ਮੌਤ ਹੋਈ ਹੈ ਤੇ ਮੌਤਾਂ ਦਾ ਕੁੱਲ ਅੰਕੜਾ 2700 ਤੋਂ ਪਾਰ ਪਹੁੰਚ ਚੁੱਕਾ ਹੈ। रुक करते अगली खबर दा। दुबई दे विच बदतर हालात दे विच जिंदगी बतीत कर रहे गुरदीप ते चरणजीत दी वतन वापसी हो चुकी है। एजेंटां दे धोखे दा शिकार होए ये दोवें एक संस्था दी मदद दे नाल वापस आए ने। सिंह गुराया अकबर नाम है चरणजीत सिंह। ਇੱਕ ਲੰਬੇ ਵਿਛੋੜੇ ਤੋਂ ਬਾਅਦ ਇਹ ਤਸਵੀਰਾਂ ਮਿਲਣ ਦੀਆਂ ਨੇ। ਦਰਦ ਤੋਂ ਬਾਅਦ ਇਹ ਪਲ ਖੁਸ਼ੀ ਦੇ ਨੇ। ਗੁਰਦਾਸਪੁਰ ਦਾ ਗੁਰਦੀਪ ਸਿੰਘ ਅਤੇ ਕਪੂਰਥਲਾ ਦਾ ਚਰਨਜੀਤ ਸਿੰਘ, ਜਿਨ੍ਹਾਂ ਦੀ ਬੱਤਰ ਹਾਲਤ ਬਿਆਨ ਕਰਦੀ ਵੀਡੀਓ ਦੁਬਈ ਤੋਂ ਵਾਇਰਲ ਹੋਈ ਤਾਂ ਸਮਾਜ ਸੇਵੀ ਸੰਸਥਾ ਨੇ ਮਦਦ ਦੇ ਹੱਥ ਅੱਗੇ ਵਧਾਏ ਅਤੇ ਦੋਵੇਂ ਸੁਰੱਖਿਅਤ ਆਪਣੇ ਘਰ ਪਰਤੇ ਨੇ। ਪੈਸਾ ਕਮਾਉਣ ਏਜੰਟਾਂ ਜ਼ਰੀਏ ਦੁਬਈ ਗਏ ਦੋਵਾਂ ਨਾਲ ਕੀ ਵਾਪਰਿਆ, ਇਹਨਾਂ ਦੀ ਹੀ ਜ਼ੁਬਾਨੀ ਸੁਣੋ। ਬੰਦਾ ਕਮਾਈ ਵਾਸਤੇ, ਰੋਜੀ ਰੋਟੀ ਵਾਸਤੇ ਜਾਂਦਾ। ਹੁਣ ਇੱਥੇ ਇੰਨੀ ਮਤਲਬ ਜੌਬਸ ਆਫਰ ਨਹੀਂ ਹੈਗੀਆਂ। ਵੈਸੇ ਪੋਸਟ ਗ੍ਰੈਜੂਏਟ ਹਾਂ ਮੈਂ, ਕੋਈ ਐਡੀ ਪ੍ਰੋਬਲਮ ਨਹੀਂ। ਜਿੱਥੇ ਗਿਆ ਪਹੁੰਚਿਆ ਮੈਂ, ਉੱਥੇ ਬੰਦੇ ਨੇ ਜਿੰਨਾ ਚਿਰ ਵਿਜ਼ਿਟ ਵੀਜ਼ਾ ਸੀਗਾ ਉੱਥੇ ਮੈਨੂੰ ਰੱਖਿਆ। ਬਾਅਦ 'ਚ ਕਹਿੰਦਾ ਵੀ ਨਹੀਂ, ਮੈਂ ਵੀਜ਼ਾ ਨਹੀਂ ਦੇ ਸਕਦਾ। ਨਹੀਂ, ਪਹਿਲਾਂ ਤਾਂ ਕਿਸੇ ਬਿਲਡਿੰਗ ਵਿੱਚ ਕਦੇ ਕਿਤੇ ਕਿਸੇ ਫੁੱਟਪਾਥ ਤੇ ਚੱਲ ਜਾਣਾ, ਕਿਤੇ ਦਰਖਤਾਂ ਥੱਲੇ ਸੌ ਜਾਣਾ ਰਾਤ ਨੂੰ। ਦਿਨੇ ਰੋਟੀ ਪਾਣੀ ਛਕਣਾ, ਛਾਂ ਲੱਭਣੀ, ਗਰਮ ਧੁੱਪ ਬੜੀ ਉੱਥੇ। ਕਿਉਂਕਿ 8-9 ਮਹੀਨਿਆਂ ਤੋਂ ਤੁਹਾਨੂੰ ਛੱਤ ਨਹੀਂ ਮਿਲੀ। ਨਹੀਂ,
ਤਰਸਯੋਗ ਹਾਲਤ 'ਚ ਦੁਬਈ ਦੀਆਂ ਸੜਕਾਂ ਤੇ ਜ਼ਿੰਦਗੀ ਬਸਰ ਕਰਦੇ ਇਹਨਾਂ ਦੋਵਾਂ ਦੀ ਵੀਡੀਓ ਜਦੋਂ ਇੱਕ ਵਿਅਕਤੀ ਨੇ ਬਣਾ ਕੇ ਸੋਸ਼ਲ ਮੀਡੀਆ ਤੇ ਪਾਈ ਤਾਂ ਨਿਊਜ਼ 18 ਨੇ ਵੀ ਪ੍ਰਮੁਖਤਾ ਨਾਲ ਖਬਰ ਵਿਖਾਈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਦੁਬਈ ਦੀ ਹੀ ਇੱਕ ਸਮਾਜ ਸੇਵੀ ਸੰਸਥਾ ਨੇ ਮਦਦ ਦੇ ਅੱਗੇ ਹੱਥ ਵਧਾਏ ਅਤੇ ਉਹਨਾਂ ਦੀ ਵਤਨ ਵਾਪਸੀ ਦਾ ਇੰਤਜ਼ਾਮ ਵੀ ਕੀਤਾ। ਪਰਿਵਾਰ ਵੀ ਆਪਣਿਆਂ ਨੂੰ ਸਹੀ ਸਲਾਮਤ ਵੇਖ ਕੇ ਖੁਸ਼ ਹੈ। ਜਦੋਂ ਵੀਡੀਓ ਜਦੋਂ ਦੇਖੀ ਹੈ ਪਹੁੰਚੀ ਹੈ ਉਦੋਂ ਰਿਹਾ ਨਹੀਂ ਗਿਆ ਔਰ ਉਸੇ ਟਾਈਮ ਸਾਡੀ ਪੀਸੀਟੀ ਹਿਊਮੈਨਿਟੀ ਨੇ ਆਪਣਾ ਵਰਕ ਕਰਨਾ ਸ਼ੁਰੂ ਕਰ ਦਿੱਤਾ ਔਰ ਇਹਨਾਂ ਨੂੰ ਉੱਥੋਂ ਫਿਰ ਜਿੱਥੇ ਹੈਗੇ ਸੀ ਉੱਥੋਂ ਆਪਣੇ ਅੰਡਰ ਇਹਨਾਂ ਨੇ ਆਪਾਂ ਪੀਸੀਟੀ ਹਿਊਮੈਨਿਟੀ ਨੇ ਲਿਆ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਉਸ ਪਾਕਿਸਤਾਨੀ ਵੀਰ ਦਾ ਜਿਹਨੇ ਵੀਡੀਓ ਪਾਈ ਤੇ ਸਾਡਾ ਬੱਚੇ ਨੂੰ ਇਸ ਤਰ੍ਹਾਂ ਪਤਾ ਲੱਗਾ ਤਾਂ ਉਦੋਂ ਸਲਾਰੀਆ ਸਾਹਿਬ ਨੇ ਕੀਤੀ ਮਦਦ, ਸਾਰੇ ਭੈਣ ਭਰਾਵਾਂ ਨੇ ਬਹੁਤ ਮਦਦ ਕੀਤੀ, ਸਾਡੇ ਪਿੰਡ ਵਾਲਿਆਂ ਬੱਚਿਆਂ ਵੀ ਬੜੀ ਮਦਦ ਕੀਤੀ ਤੇ ਅਸੀਂ ਬਹੁਤ ਬਹੁਤ ਧੰਨਵਾਦ ਉਹਨਾਂ ਦਾ। ਨਾਮ ਗੁਰਦੀਪ ਸਿੰਘ ਗੁਰਾਇਆ, ਅਲਪਰ ਨਾਮ ਹੈ ਦਾ ਚਰਨਜੀਤ ਸਿੰਘ। ਏਜੰਟਾਂ ਵੱਲੋਂ ਕੀਤੀ ਗਈ ਧੋਖਾਧੜੀ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਪੈਸਾ ਕਮਾਉਣ ਦੇ ਲਾਲਚ ਵਿਦੇਸ਼ਾਂ ਦਾ ਰੁਖ ਕਰਨ ਵਾਲੇ ਪੰਜਾਬ ਦੇ ਜ਼ਿਆਦਾਤਰ ਨੌਜਵਾਨ ਧੋਖੇਬਾਜ਼ ਏਜੰਟਾਂ ਦੇ ਚੁੰਗਲ 'ਚ ਫਸ ਕੇ ਵਿਦੇਸ਼ ਤਾਂ ਪਹੁੰਚ ਜਾਂਦੇ ਨੇ, ਪਰ ਇੱਥੇ ਅਸਲ 'ਚ ਉਹਨਾਂ ਨਾਲ ਕੀ ਵਾਪਰਦਾ ਹੈ ਇਹ ਗੁਰਦੀਪ ਸਿੰਘ ਅਤੇ ਚਰਨਜੀਤ ਸਿੰਘ ਦੀ ਹਾਲਤ ਇਹ ਬਿਆਨ ਕਰਨ ਲਈ ਕਾਫੀ ਹੈ। ਗੁਰਦਾਸਪੁਰ ਤੋਂ ਬਿਸ਼ੰਬਰ ਬਿੱਟੂ ਦੀ ਰਿਪੋਰਟ, ਨਿਊਜ਼ 18 ਪੰਜਾਬ। ਹੁਣ ਗੱਲ ਕਰਾਂਗੇ ਪਾਵਨ ਸਰੂਪ ਗਾਇਬ ਹੋਣ ਦੇ ਮਾਮਲੇ ਦੀ। ਇਸ ਮਾਮਲੇ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਧਾਰਮਿਕ ਸਜ਼ਾ ਸੁਣਾਈ ਗਈ ਹੈ। ਸ਼੍ਰੋਮਣੀ ਕਮੇਟੀ ਦੀ ਮੌਜੂਦਾ ਅੰਤਰਿਮ ਕਮੇਟੀ ਨੂੰ ਸਜ਼ਾ ਸੁਣਾਈ ਗਈ ਹੈ ਤੇ ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਵੀ ਇਹ ਧਾਰਮਿਕ ਸਜ਼ਾ ਮਿਲੀ ਹੈ। 2016 ਦੀ ਅੰਤਰਿਮ ਕਮੇਟੀ ਨੂੰ ਵੀ ਸਜ਼ਾ ਸੁਣਾਈ ਗਈ ਹੈ। ਉੱਥੇ ਸੀਨੀਅਰ ਮੀਤ ਪ੍ਰਧਾਨ ਰਜਿੰਦਰ ਸਿੰਘ ਮਹਿਤਾ ਦੇ ਵੱਲੋਂ ਵੀ ਅਸਤੀਫਾ ਦੇ ਦਿੱਤਾ ਗਿਆ ਹੈ। ਲਗਾਤਾਰ ਇਹ ਮਾਮਲਾ ਗਰਮਾਇਆ ਹੋਇਆ ਹੈ। ਸਤਿਕਾਰ ਕਮੇਟੀਆਂ ਦੇ ਵੱਲੋਂ, ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਵੱਲੋਂ ਜਿੱਥੇ ਕਿ ਵਿਰੋਧ ਕੀਤਾ ਜਾ ਰਿਹਾ ਐਸਜੀਪੀਸੀ ਦਾ ਤੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ, ਉੱਥੇ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਧਾਰਮਿਕ ਸਜ਼ਾ ਸੁਣਾਈ ਗਈ ਹੈ। ਸੋ ਪਾਵਨ ਸਰੂਪ ਗਾਇਬ ਹੋਣ ਦਾ ਦਰਅਸਲ ਇਹ ਮਾਮਲਾ ਲਗਾਤਾਰ ਸਤਿਕਾਰ ਕਮੇਟੀਆਂ ਤੇ ਕਿਸਾਨ ਜਿੱਥੇ ਕਿ ਸਤਿਕਾਰ ਕਮੇਟੀਆਂ ਤੇ ਸਿੱਖ ਜਥੇਬੰਦੀਆਂ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ। ਸ਼੍ਰੋਮਣੀ ਕਮੇਟੀ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਉੱਥੇ ਇਸ ਦੇ ਵਿਚਾਲੇ ਵੱਡੀ ਖਬਰ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਪਾਵਨ ਸਰੂਪ ਗਾਇਬ ਮਾਮਲੇ ਦੇ ਵਿੱਚ ਧਾਰਮਿਕ ਸਜ਼ਾ ਸੁਣਾਈ ਗਈ ਹੈ। ਸ਼੍ਰੋਮਣੀ ਕਮੇਟੀ ਦੀ ਮੌਜੂਦਾ ਅੰਤਰਿਮ ਕਮੇਟੀ ਐਸਜੀਪੀਸੀ ਪ੍ਰਧਾਨ ਲੌਂਗੋਵਾਲ ਨੂੰ ਵੀ ਇਹ ਧਾਰਮਿਕ ਸਜ਼ਾ ਸੁਣਾਈ ਗਈ ਹੈ। 2016 ਦੀ ਅੰਤਰਿਮ ਕਮੇਟੀ ਨੂੰ ਵੀ ਸਜ਼ਾ ਸੁਣਾਈ ਗਈ ਹੈ। ਉੱਥੇ ਸੀਨੀਅਰ ਮੀਤ ਪ੍ਰਧਾਨ ਰਜਿੰਦਰ ਸਿੰਘ ਮਹਿਤਾ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ। ਤਾਂ ਲੱਗਦੀ ਹੈ ਕਿ ਕਈ ਦਿਨਾਂ ਤੋਂ ਇਹ ਮਾਮਲਾ ਗਰਮਾਇਆ ਹੋਇਆ ਤੇ ਲਗਾਤਾਰ ਮੁਲਜ਼ਮਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ। ਅਗਲੀ ਖਬਰ ਹੈ ਚੰਡੀਗੜ੍ਹ ਤੋਂ। ਚੰਡੀਗੜ੍ਹ ਦੇ ਵਿੱਚ ਲੱਗੇ ਖਾਲਿਸਤਾਨ ਦੇ ਪੋਸਟਰ ਲੱਗੇ ਨੇ। ਸੈਕਟਰ 44 ਦੇ ਸਾਈਨ ਬੋਰਡ ਤੇ ਇਹ ਪੋਸਟਰ ਲੱਗੇ ਨਜ਼ਰ ਆਏ, ਜਿਸ ਤੋਂ ਬਾਅਦ ਪੁਲਿਸ ਤੁਰੰਤ ਹਰਕਤ ਦੇ ਵਿੱਚ ਆਈ ਤੇ ਪੁਲਿਸ ਨੇ ਸਾਈਨ ਬੋਰਡ ਤੋਂ ਇਹ ਪੋਸਟਰ ਉਤਾਰ ਦਿੱਤੇ ਨੇ। ਇਸ ਤੋਂ ਪਹਿਲਾਂ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਅਜਿਹੇ ਪੋਸਟਰ ਲੱਗੇ ਹੋਏ ਨਜ਼ਰ ਆਏ। ਹੁਣ ਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਖਾਲਿਸਤਾਨ ਵਾਲੇ ਪੋਸਟਰ ਨਜ਼ਰ ਆਏ ਨੇ, ਜਿਸ ਤੋਂ ਬਾਅਦ 'ਚ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਹੁੰਦੇ ਨੇ। ਹਾਲਾਂਕਿ ਪੁਲਿਸ ਮੌਕੇ ਤੇ ਪਹੁੰਚੀ, ਪੁਲਿਸ ਹਰਕਤ ਦੇ ਵਿੱਚ ਆਈ ਤੇ ਇਸ ਤੋਂ ਬਾਅਦ 'ਚ ਇਸ ਪੋਸਟਰ ਨੂੰ ਖਾਲਿਸਤਾਨ ਜਿਸ ਦੇ ਉੱਪਰ ਲਿਖਿਆ ਹੋਇਆ ਨਜ਼ਰ ਆ ਰਿਹਾ ਹੈ, ਨਾਲ ਖੰਡਾ ਵੀ ਹੈ ਤੇ ਇਸ ਪੋਸਟਰ ਨੂੰ ਪੁਲਿਸ ਦੇ ਵੱਲੋਂ ਉਤਾਰ ਦਿੱਤਾ ਗਿਆ। ਸੋ ਫਿਲਹਾਲ ਇਸ ਬੁਲੇਟਿਨ ਦੇ ਵਿੱਚ ਨਹੀਂ, ਇਜਾਜ਼ਤ ਦਿਓ। ਧੰਨਵਾਦ।